ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ। ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਗਗਨਦੀਪ ਸੇਖੋਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ। ਦੋਸਤੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਪੋਲੀਟਿਕਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਪ੍ਰੋਵਾਈਡ ਕਰ ਚੁੱਕਾ ਹਾਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਸ ਦੀ ਫਾਰਮਸ ਆਫ ਗਵਰਨਮੈਂਟ ਬਾਰੇ ਕਰਾਇਆ ਹੈ, ਜਿਸ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ ਹੈ। ਬਟ ਅੱਜ ਦਾ ਜੋ ਦੌਰ ਚੱਲ ਰਿਹਾ ਹੈ ਉਹ ਪੋਲੀਟਿਕਸ ਤੇ ਹੀ ਡਿਪੈਂਡ ਹੈ, ਕਿਉਂਕਿ 2022 ਦੇ ਵਿੱਚ ਸਾਡੀਆਂ ਜੋ ਇਲੈਕਸ਼ਨ ਹੋਣੀਆਂ ਹਨ, ਸਟੇਟ ਇਲੈਕਸ਼ਨ ਹੋਣੀਆਂ ਹਨ, ਤਾਂ ਇਸ ਕਰਕੇ ਪੋਲੀਟਿਕਸ ਜੋ ਪੋਲੀਟੀਸ਼ੀਅਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਦੋਸਤੋ, ਇਸ ਨੂੰ ਇਗਨੋਰ ਨਾ ਕਰਨਾ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ 75 ਦੇ ਵਿੱਚੋਂ 75 ਨਾ ਆਏ ਤਾਂ 73 74 ਮਾਰਕਸ ਤੁਹਾਡੇ ਓਬਵੀਅਸ ਆਉਣਗੇ, ਜੇਕਰ ਤੁਸੀਂ ਬਿਲਕੁਲ ਇਸੇ ਤਰ੍ਹਾਂ ਤਿਆਰੀ ਕੀਤੀ ਅਤੇ ਨਾਲ ਆਪਣੀ ਰਿਵੀਜ਼ਨ ਵੀ ਕੀਤੀ। ਤਾਂ ਵੀਡੀਓ ਦੇਖਣ ਤੇ ਸਮਝ ਦੇ ਨਾਲ ਤੁਹਾਨੂੰ ਆਪਣੀ ਪ੍ਰੈਕਟਿਸ ਰਿਵੀਜ਼ਨ ਵੀ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਇੰਪੋਰਟੈਂਟ ਹੈ ਤੁਹਾਡੇ ਲਈ। ਤਾਂ ਦੋਸਤੋ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦਾ ਬੇਸਿਕ ਦੱਸ ਦਿੱਤਾ ਸੀ, ਮੀਨਸ ਫਾਰਮਸ ਆਫ ਗਵਰਨਮੈਂਟ ਦੱਸ ਦਿੱਤੀਆਂ ਸਨ, ਤੇ ਉਸ ਤੋਂ ਬਾਅਦ ਹਿਸਟੋਰੀਕਲ ਬੈਕਗ੍ਰਾਉਂਡ ਦੱਸੀ ਸੀ, ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਲਈ। ਉਹਨਾਂ ਦੇ ਵਿੱਚੋਂ ਸਿੱਧੇ ਹੀ ਫੈਕਚੁਅਲ ਕੁਐਸਚਨ ਬਣ ਜਾਂਦੇ ਹਨ, ਜਿਨ੍ਹਾਂ ਦੇ ਵਿੱਚ ਤੁਹਾਨੂੰ ਮੈਂ ਦੋ ਐਕਟ ਹੀ ਕਰਾਏ ਸਨ, ਐਕਟ 1919 ਅਤੇ ਇੱਕ ਗਵਰਨਮੈਂਟ ਆਫ ਇੰਡੀਆ ਐਕਟ 1935 ਸੀ, ਤੇ ਇੱਕ ਤੁਹਾਨੂੰ ਮੈਂ ਇੰਡੀਪੈਂਡੈਂਸ ਐਕਟ 1947 ਕਰਵਾਇਆ ਸੀ। ਤੇ ਤੁਹਾਨੂੰ ਮੈਂ ਦੱਸਿਆ ਸੀ ਕਿ 1935 ਐਕਟ ਦੇ ਵਿੱਚੋਂ ਕਿੰਨਾ ਸੰਵਿਧਾਨ ਲਿਆ ਗਿਆ ਹੈ। ਬਹੁਤ ਵਾਰ ਕੁਐਸਚਨ ਆਇਆ ਹੈ ਇਹ UPSC PPSC ਔਰ ਜਿੰਨੇ ਵੀ PSC ਐਗਜ਼ਾਮ ਹੁੰਦੇ ਹਨ, ਪਬਲਿਕ ਸਰਵਿਸ ਕਮਿਸ਼ਨ ਹੁੰਦਾ ਹੈ, ਤੇ ਇੱਕ PSC ਹੈ ਜੋ ਤੁਹਾਨੂੰ ਮੈਂ ਦੱਸਿਆ ਸੀ ਕਿ ਅਸੀਂ ਕਿਹੜੇ ਐਕਟ ਦੇ ਵਿੱਚੋਂ ਮੀਨਸ ਕਿਹੜੇ ਐਕਟ ਦੇ ਵਿੱਚ ਉਸ ਦੀ ਗੱਲ ਕੀਤੀ ਗਈ ਸੀ। ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਜੇਕਰ ਦੋਸਤੋ ਤੁਸੀਂ ਨਹੀਂ ਦੇਖੀਆਂ, ਨਿਊ ਵੀਵਰ ਹੋ ਜਾਂ ਸਬਸਕ੍ਰਾਈਬਰ ਹੋ, ਮੇਰੇ ਪੁਰਾਣੇ ਸਬਸਕ੍ਰਾਈਬਰ ਹੋ, ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀਆਂ ਤਾਂ ਇਹਨਾਂ ਵੀਡੀਓ ਨੂੰ ਜ਼ਰੂਰ ਦੇਖੋ। ਦੋਸਤੋ, ਬੇਸਿਕ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੇਸਿਕ ਪਤਾ ਹੋਵੇਗਾ ਤਾਂ ਹੀ ਸਾਨੂੰ ਅੱਗੇ ਪਤਾ ਲੱਗ ਸਕੇਗਾ। ਜੇਕਰ ਅਸੀਂ ਸਿੱਧਾ ਹੀ ਆਪਰੇਸ਼ਨ ਕਾਲ ਦੇ ਵਿੱਚ ਚਲੇ ਜਾਵਾਂਗੇ, 0 ਆਵਰ ਦੇ ਵਿੱਚ ਚਲੇ ਜਾਵਾਂਗੇ, ਤਾਂ ਸਾਨੂੰ ਉਸ ਦਾ ਬੇਸਿਕ ਜਦ ਪਤਾ ਹੀ ਨਹੀਂ ਹੈ, ਸੰਵਿਧਾਨ ਕਿਸ ਨੇ ਬਣਾਇਆ, ਕਦੋਂ ਬਣਾਇਆ, ਉਸ ਦੇ ਵਿੱਚ ਕੀ ਹੋਇਆ, ਤਾਂ ਜੇਕਰ ਸਾਨੂੰ ਉਹੀ ਨਹੀਂ ਪਤਾ ਤਾਂ ਪੋਲੀਟੀਕਲ ਸਾਡੇ ਲਈ ਕੀ ਹੈ, ਇੱਕ ਬੋਰਿੰਗ ਸਬਜੈਕਟ ਬਣ ਜਾਵੇਗਾ। ਬਟ ਜੇਕਰ ਗੱਲ ਕੀਤੀ ਜਾਵੇ ਹਿਸਟਰੀ ਦੀ, ਜੇਕਰ ਉਹ ਵੀ ਇਸੇ ਤਰ੍ਹਾਂ ਅਸੀਂ ਬੇਸਿਕ ਤੋਂ ਸਟਾਰਟ ਕੀਤਾ ਤਾਂ ਇੰਟਰਸਟਿੰਗ ਟੌਪਿਕ ਹੈ, ਜੇਕਰ ਸਿੱਧਾ ਵਿਚਾਰੋਂ ਸਟਾਰਟ ਕੀਤਾ ਤਾਂ ਬੋਰਿੰਗ ਟੌਪਿਕ ਹੈ। ਦੋਸਤੋ, ਅਸੀਂ ਟੌਪਿਕ ਕਿਸੇ ਨੂੰ ਬੋਰਿੰਗ ਨਹੀਂ ਕਹਿ ਸਕਦੇ। ਜੇਕਰ ਤੁਸੀਂ ਗਵਰਨਮੈਂਟ ਜੌਬ ਲੈਣੀ ਹੈ ਤਾਂ ਤੁਹਾਨੂੰ ਇੰਟਰਸਟ ਪੈਦਾ ਕਰਨਾ ਪਵੇਗਾ ਹਰੇਕ ਟੌਪਿਕ ਦੇ ਵਿੱਚ, ਹਰੇਕ ਸਬਜੈਕਟ ਦੇ ਵਿੱਚ। ਤਾਂ ਦੋਸਤੋ, ਸ਼ਡਿਊਲ ਵੀ ਦੱਸ ਦਿੱਤੇ ਹਨ, ਵਿਦ ਟ੍ਰਿਕਸ ਦੱਸ ਦਿੱਤੇ ਹਨ। ਤੁਹਾਨੂੰ ਮੈਂ ਸ਼ਡਿਊਲ ਦੱਸਿਆ ਹੈ, ਪਹਿਲਾਂ ਕਿੰਨੇ ਸਨ, ਬਾਅਦ ਵਿੱਚ ਕਿੰਨੇ ਹਨ। ਤਾਂ ਤੁਸੀਂ ਇਹ ਦੇਖ ਸਕਦੇ ਹੋ ਆਰਟੀਕਲ ਕਿੰਨੇ ਸਨ, ਪਾਰਟ ਕਿੰਨੇ ਸਨ, ਪਹਿਲਾਂ ਹੁਣ ਕਿੰਨੇ ਹਨ। ਤਾਂ ਉਸ ਤੋਂ ਮਗਰੋਂ ਮੈਂ ਤੁਹਾਨੂੰ ਜੋ ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ ਹੈ ਉਸ ਦੇ ਬਾਰੇ ਵੀ ਗੱਲ ਕੀਤੀ ਹੈ। ਤਾਂ ਤੁਹਾਨੂੰ ਮੈਂ ਬੋਰੋ ਵਰਡ ਕਿਹਾ ਸੀ, ਬਟ ਮੈਂ ਇਹ ਕਿਹਾ ਸੀ ਨਾਲ ਕਿ ਅਸੀਂ ਬੋਰੋ ਨਹੀਂ ਕੀਤੇ। ਮੀਨਸ 60 ਕੰਟਰੀਜ਼ ਹਨ ਜਿਨ੍ਹਾਂ ਦੇ ਸੰਵਿਧਾਨ ਜਿਨ੍ਹਾਂ ਦੇ ਵਿੱਚ ਅਸੀਂ ਚੀਜ਼ਾਂ ਨੂੰ ਦੇਖਿਆ, ਉਹਨਾਂ ਦੀ ਚੰਗੀ ਤਰ੍ਹਾਂ ਪਰਖ ਕੀਤੀ ਅਤੇ ਫਿਰ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਲਾਈਨਾਂ ਨੂੰ ਐਡ ਕੀਤਾ ਜੋ ਸਾਨੂੰ ਵਧੀਆ ਲੱਗੀਆਂ। ਮੀਨਸ ਅਸੀਂ ਬੋਰੋ ਨਹੀਂ ਕੀਤੇ ਹਨ, ਅਸੀਂ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਗਏ, ਸਾਡੇ ਜੋ ਫਰੀਡਮ ਫਾਈਟਰ ਹਨ ਜਾ ਕੇ ਉੱਥੋਂ ਕੁਝ ਦੇਖ ਕੇ ਆਏ ਹਨ, ਅਤੇ ਜੇਕਰ ਵਧੀਆ ਲੱਗਿਆ ਤਾਂ ਉਹਨਾਂ ਨੇ ਇਹਨਾਂ ਨੂੰ ਐਡ ਕੀਤਾ। ਉਸ ਤੋਂ ਮਗਰੋਂ ਜੋ ਕਿ ਮੈਂ ਤੁਹਾਨੂੰ ਨੈਸ਼ਨਲ ਫਲੈਗ ਵੀ ਦੱਸ ਦਿੱਤਾ ਸੀ, ਆਈਡੀਆ ਕਿਸ ਨੇ ਦਿੱਤਾ, ਐਡਵਾਈਜ਼ਰ ਕੌਣ ਸੀ, ਸਭ ਤੋਂ ਪਹਿਲਾਂ ਕਿਸ ਨੇ ਡਿਮਾਂਡ ਕੀਤੀ ਸੀ, ETC ਬਹੁਤ ਸਾਰੀਆਂ ਗੱਲਾਂ ਹਨ ਜੋ ਪੋਲੀਟੀਕਲ ਸਾਇੰਸ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ, ਤੇ ਆਮ ਹੀ ਕੁਐਸਚਨ ਉਸ ਤੇ ਬਣਦੇ ਰਹਿੰਦੇ ਹਨ। ਤਾਂ ਦੋਸਤੋ, ਤੁਸੀਂ ਸਾਰੀਆਂ ਵੀਡੀਓ ਨੂੰ ਜ਼ਰੂਰ ਦੇਖੋ, ਕਿਉਂਕਿ ਪੋਲੀਟੀਕਲ ਸਾਇੰਸ ਓਨਲੀ ਮਾਸਟਰ ਕੇਡਰ ਤੇ ETT ਲਈ ਨਹੀਂ। ਹੁਣ ਸਾਡਾ ਪਟਵਾਰੀ ਹੈ, ਉਹਦੀ ਨੋਟੀਫਿਕੇਸ਼ਨ ਆ ਰਹੀ ਹੈ, ਬਹੁਤ ਜਲਦ ਆ ਰਹੀ ਹੈ। ਤਾਂ ਤੁਸੀਂ ਪਟਵਾਰੀ ਨੂੰ ਵੀ ਵਿੱਚ ਲੈ ਕੇ ਚੱਲੋ, ਅਤੇ ਜਿੰਨੇ ਹੋਰ ਵੀ ਐਗਜ਼ਾਮ ਹਨ ਸਾਰਿਆਂ ਵਿੱਚ ਪੋਲੀਟੀਕਲ ਸਾਇੰਸ ਮਸਟ ਹੈ। ਮਸਟ ਇਸ ਕਰਕੇ ਹੈ ਕਿਉਂਕਿ ਜੋ ਸਾਡਾ ਰੀਸੈਂਟਲੀ ਤੋਂ ਚੱਲਿਆ ਆ ਰਿਹਾ ਹੈ, ਜੋ ਵੀ ਮੁੱਦਾ ਕਹਿ ਸਕਦੇ ਹਾਂ ਅਸੀਂ ਪੰਜਾਬ ਦਾ, ਪੋਲੀਟੀਕਲ ਨਾਲ ਰਿਲੇਟਡ ਹੈ। ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਰੰਟ ਅਫੇਅਰਸ ਦੇ ਵਿੱਚ ਵੀ ਸਾਡੀ ਸਟੈਟਿਕ ਜੀਕੇ ਹੀ ਆਵੇਗੀ,
ਤੇ ਕਿਸ ਤਰ੍ਹਾਂ ਵੀ ਉਹ ਤੁਹਾਨੂੰ ਮੈਂ ਅੱਗੇ ਵੀ ਦੱਸਾਂਗਾ। ਤੇ ਇਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ ਕਿਉਂਕਿ ਇਹਨਾਂ ਵਿੱਚੋਂ ਬਹੁਤ ਹੀ ਜ਼ਿਆਦਾ ਕੁਐਸਚਨ ਬਣਨ ਵਾਲੇ ਹਨ। ਮੀਨਸ ਜੇਕਰ ਤੁਸੀਂ ਜੀਕੇ ਸੈਕਸ਼ਨ ਦੀ ਗੱਲ ਕਰੋ ਤਾਂ ਜੀਕੇ ਵਿੱਚ ਪੋਲੀਟੀਕਲ ਸਾਇੰਸ ਦੇ ਕੁਐਸਚਨ ਹੀ ਬਣਨੇ ਹਨ, ਕੋਈ ਵੀ ਹੋਰ ਨਹੀਂ ਪੁੱਛਿਆ ਜਾਵੇਗਾ। ਓਨਲੀ ਸਾਡੀ ਬਿੱਲ ਤੇ ਗੱਲ ਹੋਵੇਗੀ, ਆਰਡੀਨੈਂਸ ਤੇ ਗੱਲ ਹੋਵੇਗੀ, ਸਟੇਟ ਐਂਡ ਸੈਂਟਰ ਰਿਲੇਸ਼ਨ ਦੀ ਗੱਲ ਹੋਵੇਗੀ, ਆਰਟੀਕਲ ਪੁੱਛੇ ਜਾਣਗੇ। ਤੁਹਾਨੂੰ ਸਭ ਕੁਝ ਮੈਂ ਦੱਸ ਦਵਾਂਗਾ ਦੋਸਤੋ, ਤੁਸੀਂ ਬਿਲਕੁਲ ਟੈਨਸ਼ਨ ਨਹੀਂ ਲੈਣੀ। ਟੈਨਸ਼ਨ ਲੈਣੀ ਹੈ ਤਾਂ ਪੜ੍ਹਨ ਦੀ ਲੈਣੀ ਹੈ, ਜੋ ਕਿ ਸਮਾਰਟਨੈਸ ਵੇ ਪਲੱਸ ਟ੍ਰਿਕੀ ਅਪਰੋਚ ਨਾਲ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਤੁਹਾਨੂੰ ਫ੍ਰੀ ਆਫ ਕਾਸਟ ਵੀਡੀਓਜ਼ ਹਨ ਜੋ ਪ੍ਰੋਵਾਈਡ ਕਰ ਰਿਹਾ ਹੈ। ਜਿੰਨੀਆਂ ਵੀ ਵੀਡੀਓਜ਼ ਹਨ ਤਾਂ ਤੁਸੀਂ ਦੋਸਤੋ ਜੋ ਅੱਜ ਦੀ ਵੀਡੀਓ ਹੈ ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਨਹੀਂ ਕੀਤਾ ਤਾਂ, ਅਤੇ ਜੋ ਨਿਊ ਵਿਊਅਰ ਹਨ ਉਹਨਾਂ ਨੂੰ ਇਹ ਵੀਡੀਓ ਵਧੀਆ ਲੱਗੀ ਅਤੇ ਉਹ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਵੀ ਦੇਖਣ। ਜੇਕਰ ਉਹ ਵੀ ਵਧੀਆ ਲੱਗੀਆਂ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ। ਅਤੇ ਦੋਸਤੋ ਜੋ ਮੈਂ ਲਾਸਟ ਵੀਡੀਓ ਨੈਸ਼ਨਲ Song ਤੇ ਦਿੱਤੀ ਸੀ ਉਸ ਵਿੱਚ ਮੈਂ ਤੁਹਾਨੂੰ ਕੁਐਸਚਨ ਪੁੱਟ ਕੀਤੇ ਸੀ ਕਿ ਇਹਨਾਂ ਦੇ ਆਨਸਰ ਤੁਸੀਂ ਦੱਸਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ, ਕਮੈਂਟ ਬਾਕਸ ਦੇ ਵਿੱਚ, ਬਟ ਕਿਸੇ ਨੇ ਇੰਟਰਸਟ ਨਹੀਂ ਲਿਆ। ਮੀਨਸ ਤੁਸੀਂ ਇੰਟਰਸਟ ਬਿਲਕੁਲ ਨਹੀਂ ਲੈ ਰਹੇ ਹੋ। ਜੇਕਰ ਇੰਟਰਸਟ ਲੈਂਦੇ ਤਾਂ ਤੁਸੀਂ ਉਹਨਾਂ ਦੇ ਆਨਸਰ ਜ਼ਰੂਰ ਦਿੰਦੇ। ਮੀਨਸ ਆਨਸਰ ਦੇਣ ਦਾ ਮਤਲਬ ਇਹ ਹੈ ਕਿ ਤੁਹਾਡੀ ਪ੍ਰੈਕਟਿਸ ਜ਼ਰੂਰ ਹੋਣੀ ਸੀ। ਤਾਂ ਦੋਸਤੋ ਤੁਸੀਂ ਆਨਸਰ ਜ਼ਰੂਰ ਦਿਆ ਕਰੋ। ਜਿੰਨੇ ਵੀ ਅੱਜ ਵਾਲੀ ਵੀਡੀਓ ਵਿੱਚ ਵੀ ਮੈਂ ਕੁਝ ਪੁੱਛਾਂਗਾ ਕਿ ਜੋ ਇਸ ਤੋਂ ਪਹਿਲਾਂ ਕਰ ਚੁੱਕੇ ਹਨ ਉਸ ਬਾਰੇ ਪੁੱਛਾਂਗਾ। ਤਾਂ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ। ਇਸ ਤੋਂ ਪਹਿਲਾਂ ਨੈਸ਼ਨਲ Song, ਨੈਸ਼ਨਲ ਐਂਥਮ ਦੀਆਂ ਵੀਡੀਓਜ਼ ਪ੍ਰੋਵਾਈਡ ਕਰ ਚੁੱਕਾ ਹਾਂ ਅਤੇ ਹੋਰ ਵੀ ਕਾਫੀ ਸਬਜੈਕਟ ਦੀਆਂ ਵੀਡੀਓ ਦਿੱਤੀਆਂ ਗਈਆਂ ਹਨ ਜੋ ਕਿ ਪਲੇਲਿਸਟ ਦੇ ਵਿੱਚ ਤੁਹਾਨੂੰ ਈਜ਼ੀਲੀ ਮਿਲ ਜਾਣਗੀਆਂ। ਤਾਂ ਦੋਸਤੋ ਅੱਜ ਦੀ ਗੱਲ ਹੈ ਸਾਡੀ ਪ੍ਰੀਐਂਬਲ, ਮੀਨਸ ਜਿਸ ਨੂੰ ਅਸੀਂ ਪ੍ਰਸਤਾਵਨਾ ਵੀ ਕਹਿ ਦਿੰਦੇ ਹਾਂ। ਪ੍ਰਸਤਾਵਨਾ ਵੀ ਕਿਹਾ ਜਾਂਦਾ ਹੈ, ਵਰਡ ਯੂਜ਼ ਕੀਤਾ ਜਾਂਦਾ ਹੈ ਪ੍ਰਸਤਾਵਨਾ, ਪ੍ਰੀਐਂਬਲ। ਕੀ ਹੈ ਪ੍ਰੀਐਂਬਲ, ਕੀ ਹੈ ਪ੍ਰਸਤਾਵਨਾ, ਤਾਂ ਇਸ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸੰਵਿਧਾਨ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਸਾਡੀ ਪ੍ਰਸਤਾਵਨਾ ਬਾਰੇ, ਪ੍ਰੀਐਂਬਲ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿ ਪ੍ਰਸਤਾਵਨਾ ਜੋ ਹੈ ਇਹ ਕੀ ਹੈ। ਦੂਜਾ ਕੁਐਸਚਨ ਹੈ ਅਸੀਂ ਕਿੱਥੋਂ ਲਿਆ, ਤੇ ਸਭ ਤੋਂ ਪਹਿਲਾਂ ਪ੍ਰਸਤਾਵਨਾ ਕਿਸ ਨੇ ਵਰਤੀ, ਕਿਸ ਨੇ ਸੰਵਿਧਾਨ ਵਿੱਚ ਆਪਣੇ ਇਸ ਨੂੰ ਯੂਜ਼ ਕੀਤਾ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਹੋਰ ਵੀ ਪ੍ਰਸਤਾਵਨਾ ਤੇ ਬਹੁਤ ਸਾਰੇ ਕੁਐਸਚਨ ਬਣਦੇ ਹਨ, ਕਈ ਕੇਸ ਵੀ ਆਏ ਹਨ ਕਿ ਇਸ ਨੂੰ ਪ੍ਰਸਤਾਵਨਾ ਨੂੰ, ਪ੍ਰੀਐਂਬਲ ਨੂੰ ਸੰਵਿਧਾਨ ਦਾ ਭਾਗ ਨਹੀਂ ਮੰਨਿਆ ਗਿਆ, ਕਿਸੇ ਨੇ ਕਹਿ ਦਿੱਤਾ ਕਿ ਇਸ ਨੂੰ ਭਾਗ ਮੰਨਿਆ ਗਿਆ ਹੈ। ਤਾਂ ਇਸ ਤਰ੍ਹਾਂ ਦੇ ਕੇਸ ਵੀ ਆਏ ਹਨ, ਸਾਰੇ ਆਪਾਂ ਇੱਥੇ ਡਿਸਕਸ ਕਰਾਂਗੇ। ਤਾਂ ਦੋਸਤੋ ਸਭ ਤੋਂ ਪਹਿਲਾਂ ਸਾਨੂੰ ਪ੍ਰਸਤਾਵਨਾ ਪਤਾ ਹੋਣੀ ਚਾਹੀਦੀ ਹੈ ਕਿ ਕੀ ਹੈ। ਤਾਂ ਆਹ ਇੰਨੀ ਲਾਈਨ ਲਿਖੀ ਹੈ, ਜਿੰਨਾ ਵੀ ਆਹ ਪੈਰਾ ਹੈ ਸਾਰੇ ਨੂੰ ਪੜ੍ਹਨ ਦੀ ਬਜਾਏ ਤੁਸੀਂ ਮੇਨ ਚੀਜ਼ਾਂ ਪੜ੍ਹਨੀਆਂ ਹਨ। ਕੀ ਹਨ? We the people of India, ਅਸੀਂ ਹਾਂ ਜੋ ਕਿ ਹਾਂ ਨਾਗਰਿਕ ਹਾਂ ਭਾਰਤ ਦੇ। ਇਹ ਲਾਈਨ ਬਹੁਤ ਵਾਰ ਆਉਂਦੀ ਹੈ, UPSC ਐਗਜ਼ਾਮ ਵਿੱਚ ਤਾਂ ਬਹੁਤ ਵਾਰ ਆਈ ਹੈ ਅਤੇ ਉੱਥੇ ਹੁਣ ਪੁਰਾਣੀ ਹੋ ਚੁੱਕੀ ਹੈ, ਹੁਣ ਇਹ ਸਾਡੇ ਐਗਜ਼ਾਮ ਵਿੱਚ ਆਵੇਗੀ। We the people of India, ਤਾਂ ਅਸੀਂ ਇਹ ਲਾਈਨ ਕਿੱਥੋਂ ਲਈ ਹੈ? ਅਸੀਂ ਇਹ ਲਈ ਹੈ UN ਚਾਰਟਰ ਤੋਂ। ਇਹ ਪਤਾ ਹੋਣਾ ਚਾਹੀਦਾ ਹੈ ਸਾਨੂੰ, ਯੂਨਾਈਟਿਡ ਨੇਸ਼ਨ ਦੇ ਚਾਰਟਰ ਤੋਂ ਅਸੀਂ ਕੀ ਹੈ ਇਹ ਇਸ ਨੂੰ ਲਿਆ ਹੈ। We the people of India, ਤਾਂ We the people of India UN ਚਾਰਟਰ ਤੋਂ ਅਸੀਂ ਲਿਆ ਹੈ। ਤਾਂ ਇਹ ਸਾਨੂੰ ਕੀ ਹੈ ਪਤਾ ਲੱਗ ਗਿਆ, UN ਚਾਰਟਰ ਤੋਂ ਲਿਆ ਹੈ। ਹੁਣ ਗੱਲ ਆਉਂਦੀ ਹੈ ਕਿ UN ਚਾਰਟਰ ਨੇ ਇਸ ਨੂੰ ਕਿੱਥੋਂ ਲਿਆ ਹੈ? ਤਾਂ UN ਚਾਰਟਰ ਹੈ ਇਸ ਨੇ ਲਿਆ ਹੈ USA ਤੋਂ। USA ਦੋਸਤੋ, UN ਚਾਰਟਰ ਨੇ USA ਤੋਂ ਲਿਆ ਹੈ। UN ਚਾਰਟਰ ਤੋਂ ਸਾਡੇ ਇੰਡੀਆ ਨੇ ਲਿਆ ਹੈ ਪ੍ਰੀਐਂਬਲ। ਤੇ ਨੈਕਸਟ ਗੱਲ ਆਉਂਦੀ ਹੈ ਕਿ USA ਹੈ ਜੋ ਇਸ ਨੇ ਫਸਟ ਟਾਈਮ ਸੀ ਜਦੋਂ ਪ੍ਰੀਐਂਬਲ ਲਿਆ ਸੀ, ਨਿਊਜ਼ ਲਿਖਿਆ ਗਿਆ ਸੀ। ਤੇ ਇਸ ਦਾ ਜੋ ਕਨਸਟੀਟਿਊਸ਼ਨ ਹੈ, ਰਿਟਨ ਕਨਸਟੀਟਿਊਸ਼ਨ ਹੈ ਕਨਸਟੀਟਿਊਸ਼ਨ USA ਨੇ ਸਭ ਤੋਂ ਪਹਿਲਾਂ ਸੰਵਿਧਾਨ ਬਣਾਇਆ ਸੀ ਅਤੇ ਇਸ ਨੇ ਐਡ ਕੀਤਾ ਸੀ ਪ੍ਰੀਐਂਬਲ ਨੂੰ। ਸਭ ਤੋਂ ਪਹਿਲਾ ਦੇਸ਼ ਕਿਹੜਾ ਹੈ? USA ਹੈ, ਸਾਨੂੰ ਪਤਾ ਹੋਣਾ ਚਾਹੀਦਾ ਦੋਸਤੋ। ਸਿੱਧੇ ਹੀ ਕੁਐਸਚਨ ਪੁੱਟ ਕੀਤੇ ਜਾਂਦੇ ਹਨ ਐਗਜ਼ਾਮ ਦੇ ਵਿੱਚ। USA ਨੇ ਪ੍ਰੀਐਂਬਲ ਸਭ ਤੋਂ ਪਹਿਲਾਂ ਲਿਆ ਸੀ। ਤਾਂ ਉਸ ਤੋਂ ਮਗਰੋਂ ਕੀ ਹੈ, UN ਚਾਰਟਰ ਨੇ
ਲਿਆ ਯੂਐਨ ਚਾਰਟਰ ਤੋਂ ਅਸੀਂ ਇੰਡੀਆ ਨੇ ਪ੍ਰੀਐਮਬਲ ਨੂੰ ਲਿਆ, ਤਾਂ ਸਾਨੂੰ ਆਹ ਲਾਈਨ ਪਤਾ ਹੋਣੀ ਚਾਹੀਦੀ ਹੈ, ਵੀ ਦੀ ਪੀਪਲ ਆਫ ਇੰਡੀਆ ਅਸੀਂ ਕਿੱਥੋਂ ਲਿਆ, ਯੂਐਨ ਚਾਰਟਰ, ਯੂਐਸਏ। ਤਾਂ ਬਹੁਤ ਸਾਰੇ ਇਹ ਕਹਿ ਕੇ ਆਉਣਗੇ ਕਿ ਯੂਐਸਏ ਨੇ ਜੋ ਸਭ ਤੋਂ ਪਹਿਲਾਂ ਸੰਵਿਧਾਨ ਬਣਾਇਆ ਸੀ ਅਸੀਂ ਉਸ ਤੋਂ ਲਿਆ ਹੈ, ਬਟ ਨਹੀਂ ਦੋਸਤੋ, ਗਲਤ ਹੋ ਜਾਵੇਗਾ। ਅਸੀਂ ਕਿੱਥੋਂ ਲਿਆ ਹੈ? ਯੂਐਨ ਚਾਰਟਰ ਤੋਂ ਲਿਆ ਹੈ, ਯੂਨਾਈਟਿਡ ਨੇਸ਼ਨ ਤੋਂ ਲਿਆ ਹੈ, ਤਾਂ ਯੂਐਸਏ ਤੋਂ ਯੂਐਨ ਚਾਰਟਰ ਨੇ ਲਿਆ ਸੀ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਅੱਗੇ ਦੋਸਤੋ ਰਿਜ਼ੋਰਟ ਟੂ ਕਨਸਟੀਟਿਊਟ ਇੰਡੀਆ ਇਨਟੂ ਇਹ ਲਾਈਨ ਛੱਡ ਦੇਣੀ ਹੈ, ਇਹ ਅਸੀਂ ਨਹੀਂ ਯਾਦ ਕਰਨਾ। ਵੀ ਦੀ ਪੀਪਲ ਆਫ ਇੰਡੀਆ ਅਸੀਂ ਦੇਖਣਾ ਹੈ। ਉਸ ਤੋਂ ਅੱਗੇ ਅਸੀਂ ਦੇਖਣਾ ਹੈ ਸਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ, ਇਹ ਅਸੀਂ ਯਾਦ ਕਰਨਾ ਹੈ। ਬਹੁਤ ਵਾਰ ਕੁਐਸਚਨ ਆਇਆ ਹੈ, ਇਹ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਹੈ, ਇਹੀ ਪੁੱਛਿਆ ਜਾਂਦਾ ਹੈ। ਤਾਂ ਸਵਰਜੀਅਨ ਮੀਨਸ ਸੋਸ਼ਲਿਸਟ ਮੀਨਸ ਸੈਕੂਲਰ ਮੀਨਸ ਡੈਮੋਕ੍ਰੈਟਿਕ ਰਿਪਬਲਿਕ, ਇਹਨਾਂ ਸਾਰਿਆਂ ਬਾਰੇ ਨਾ ਤੁਹਾਨੂੰ ਮੈਂ ਇੱਕ ਸੈਪਰੇਟ ਵੀਡੀਓ ਦਵਾਂਗਾ ਜਿਸ ਵਿੱਚ ਇਹਨਾਂ ਬਾਰੇ ਦੱਸਾਂਗਾ ਕਿ ਇਹ ਕੀ ਹੈ। ਤਾਂ ਸਵਰਜੀਅਨ ਮੀਨਸ ਇਸ ਨੂੰ ਅਸੀਂ ਪ੍ਰਭੂ ਸੱਤਾ ਵੀ ਕਹਿ ਦਿੰਦੇ ਹਾਂ, ਜੇਕਰ ਕੋਈ ਪੰਜਾਬੀ ਵਿੱਚ ਸਮਝਣਾ ਚਾਹੁੰਦਾ ਹੈ ਇਸ ਨੂੰ ਪ੍ਰਭੂ ਸੱਤਾ। ਸੋਸ਼ਲਿਸਟ ਸਮਾਜਿਕ ਧਾਰਮਿਕ ਲੋਕਤੰਤਰ ਗਣਰਾਜ ਜਾਂ ਗਣਤੰਤਰ ਕਿਹਾ ਜਾਂਦਾ ਹੈ। ਮੀਨਸ ਪ੍ਰਭੂ ਸੱਤਾ ਸਮਾਜਿਕ ਧਾਰਮਿਕ ਲੋਕਤੰਤਰ ਗਣਰਾਜ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਪੰਜ ਚੀਜ਼ਾਂ ਹਨ ਤੇ ਕੁਐਸਚਨ ਇਸ ਤਰ੍ਹਾਂ ਬਣਦਾ ਹੈ ਕਿ ਜਦ ਸਾਡਾ ਸੰਵਿਧਾਨ ਬਣਿਆ ਤਾਂ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਲਈਆਂ ਗਈਆਂ ਸਨ। ਉਦੋਂ ਕੀ ਹੈ, ਪ੍ਰਭੂ ਸੱਤਾ ਸਿਰਜਣ ਲਈ ਗਈ ਸੀ। ਸੈਕੂਲਰ ਤੇ ਸੋਸ਼ਲਿਸਟ ਹਨ ਜੋ ਇਹ ਅਸੀਂ ਬਾਅਦ ਵਿੱਚ ਲਈਆਂ ਹਨ। ਡੈਮੋਕ੍ਰੈਟਿਕ ਰਿਪਬਲਿਕ ਔਰ ਇਹ ਚੀਜ਼ਾਂ ਸਨ। ਮੀਨਸ 1950 ਦੇ ਵਿੱਚ ਸਾਡੇ ਕੋਲ ਕੀ ਸੀ, ਸਵਰਨ ਡੈਮੋਕ੍ਰੈਟਿਕ ਰਿਪਬਲਿਕ। ਬਹੁਤ ਵਾਰ ਕੁਐਸਚਨ ਆਇਆ ਹੈ। ਤਾਂ 1950 ਵਿੱਚ ਸਾਡੇ ਕੋਲ ਇਹ ਤਿੰਨ ਸਨ। ਤਾਂ ਸੋਸ਼ਲਿਸਟ ਤੇ ਸੈਕੂਲਰ ਕੀ ਹੈ ਸਾਡੀ ਦੋਸਤੋ, ਇਹ ਨੋਟਸ ਬਣਾਈ ਜਾਣਾ ਤੁਸੀਂ ਕਾਪੀਆਂ ਤੇ। 42 ਜੋ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਆਇਆ ਸੀ 1976 ਦੇ ਵਿੱਚ, 1976 ਦੇ ਵਿੱਚ ਆਇਆ ਸੀ, 42ਵੀਂ ਸੋਧ ਹੋਈ ਸੀ। ਤਾਂ ਕੀ ਹੋਇਆ, ਉਦੋਂ ਇਸ ਨੂੰ ਐਡ ਕੀਤਾ ਗਿਆ। ਕਿਹੜੇ ਕਿਹੜੇ ਨੂੰ? ਇੱਕ ਤਾਂ ਆ ਗਿਆ ਸਾਡਾ ਸੋਸ਼ਲਿਸਟ ਸੈਕੂਲਰ, ਦੋ ਚੀਜ਼ਾਂ ਤਾਂ ਇਹ ਐਡ ਕੀਤੀਆਂ। ਤੀਜਾ ਸੀ ਸਾਡਾ ਇੰਟੀਗ੍ਰਿਟੀ, ਇਹ ਤਿੰਨ ਚੀਜ਼ਾਂ ਅਸੀਂ ਐਡ ਕੀਤੀਆਂ ਹਨ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। 42ਵੀਂ ਕਨਸਟੀਟਿਊਸ਼ਨ ਅਮੈਂਡਮੈਂਟ, ਕਿਉਂਕਿ ਉਦੋਂ ਸਰਕਾਰ ਸੀ ਇੰਦਰਾ ਗਾਂਧੀ ਦੀ। ਇੰਦਰਾ ਗਾਂਧੀ ਨੇ ਕੀ ਕੀਤਾ ਕਿ ਉਸ ਵੇਲੇ ਸਾਡੇ ਐਮਰਜੈਂਸੀ ਲੱਗ ਗਈ ਸੀ। ਤਾਂ ਐਮਰਜੈਂਸੀ ਹੈ ਜੋ 77 ਤੱਕ ਰਹੀ ਹੈ, 75 ਤੋਂ 77 ਤੱਕ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ 76 ਹੈ ਜੋ ਇਹ ਕੀ ਹੋ ਗਿਆ ਕਿ ਉਦੋਂ ਇਹ ਤਿੰਨ ਚੀਜ਼ਾਂ ਐਡ ਕੀਤੀਆਂ ਗਈਆਂ। ਹੁਣ ਅਸੀਂ ਆਹ ਨਹੀਂ ਯਾਦ ਕਰ ਸਕਦੇ, ਤੁਸੀਂ ਯਾਦ ਰੱਖਣਾ ਹੈ ਕਿ ਐਮਰਜੈਂਸੀ ਕਦੋਂ ਲੱਗੀ ਸੀ, 75 ਚ। 75 ਤੋਂ ਅੱਗੇ 76, 76 ਹੈ ਜੋ ਸੱਤੂ ਛਿਕ ਕਿੰਨਾ ਹੁੰਦਾ ਹੈ, 42 ਮੀਨਸ 7 ਤੇ 6 ਨੂੰ ਮਲਟੀਪਲਾਈ ਕਰ ਦੇਈਏ ਤਾਂ 42 ਬਣਦਾ ਹੈ। ਸੱਤੂ ਛਿਕ 42, ਤਾਂ ਕੀ ਹੋ ਗਿਆ 42ਵੀਂ ਇਹ ਕੀ ਹੋਈ, ਸੰਵਿਧਾਨਕ ਸੋਧ ਹੋਈ। ਇਸ ਵਿੱਚ ਕਿਹਨੂੰ ਐਡ ਕੀਤਾ ਗਿਆ, ਸੋਸ਼ਲਿਸਟ ਨੂੰ, ਸੈਕੂਲਰ ਨੂੰ ਤੇ ਇੰਟੀਗ੍ਰਿਟੀ ਨੂੰ। ਤਿੰਨ ਐਡ ਕੀਤੇ ਗਏ। ਮੀਨਸ ਸਵਰਜੀਅਨ ਸੀ, ਡੈਮੋਕ੍ਰੈਟਿਕ ਰਿਪਬਲਿਕ ਸੀ ਪਹਿਲਾਂ ਸਨ, ਸੋਸ਼ਲਿਸਟ ਸੈਕੂਲਰ ਇਹ ਦੋਨੇ ਬਾਅਦ ਵਿੱਚ ਐਡ ਹੋਏ ਹਨ। ਪੁੱਛਦਾ ਹੈ ਕਿ ਭਾਰਤੀ ਸੰਵਿਧਾਨ ਬਣਨ ਤੋਂ ਬਾਅਦ ਮੀਨਸ 42ਵੀਂ ਸੋਧ ਤੋਂ ਬਾਅਦ ਸਾਡਾ ਜੋ ਪ੍ਰੀਐਮਬਲ ਹੈ ਉਸ ਵਿੱਚ ਕਿਹੜੇ ਕਿਹੜੇ ਸਨ, ਇਹ ਪੁੱਛਦਾ ਹੈ। 42ਵੀਂ ਸੋਧ ਤੋਂ ਪਹਿਲਾਂ ਸਾਡੇ ਸੰਵਿਧਾਨ ਵਿੱਚ ਪ੍ਰੀਐਮਬਲ ਦੇ ਵਿੱਚ ਕਿਹੜੇ ਕਿਹੜੇ ਸਨ, ਤਾਂ ਉਹ ਪੁੱਛਦਾ ਹੈ। ਇਹ ਦੋਨੇ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਹਨ। ਤੇ ਅੱਗੇ ਗੱਲ ਆਉਂਦੀ ਹੈ ਇੰਟਰੋਡਕਸ਼ਨ। ਮੀਨ ਜੋ ਪ੍ਰੀਐਮਬਲ ਹੈ ਇਹ ਇੰਟਰੋਡਕਸ਼ਨ ਹੈ ਔਰ ਪ੍ਰੀਫੇਸ ਹੈ। ਮੀਨਸ ਪਹਿਲਾ ਪੇਜ ਹੈ ਕਨਸਟੀਟਿਊਸ਼ਨ ਦਾ। ਮੀਨ ਸਾਡਾ ਸੰਵਿਧਾਨ ਬਹੁਤ ਹੀ ਜ਼ਿਆਦਾ ਵੱਡਾ ਹੈ। ਮੀਨਸ ਕੀ ਹੈ, ਬਹੁਤ ਹੀ ਜ਼ਿਆਦਾ ਵੱਡੀ ਬੁੱਕ ਹੈ ਇਹ, ਇਸ ਨੂੰ ਅਸੀਂ ਕੀ ਹੈ ਪੜ੍ਹ ਨਹੀਂ ਸਕਦੇ। ਇਹ ਬੁੱਕ ਹੈ, ਜੇਕਰ ਤੁਸੀਂ ਇਸ ਤਰ੍ਹਾਂ ਵੀ ਬਣਾ ਲਓ ਤਾਂ ਇਹ ਕੀ ਹੈ, ਬੁੱਕ ਹੈ।
ਤਾਂ ਇਸ ਨੂੰ ਕੀ ਹੈ ਪੜ੍ਹਿਆ ਨਹੀਂ ਜਾ ਸਕਦਾ। ਬਟ ਅਸੀਂ ਦੇਖਿਆ ਹੈ ਕਿ ਸਾਡੀਆਂ ਕਾਪੀਜ਼ ਦੇ ਜਾਂ ਬੁੱਕਸ ਦੇ ਫਸਟ ਪੇਜ ਤੇ ਇੰਡੈਕਸ ਬਣਿਆ ਹੁੰਦਾ ਹੈ। ਤੁਸੀਂ ਇੰਡੈਕਸ ਤੋਂ ਯਾਦ ਰੱਖਣਾ ਹੈ ਕਿ ਕੀ ਹੈ, ਇੱਥੇ ਇੰਨੇ ਲਿਖਿਆ ਹੁੰਦਾ, ਇੱਥੇ ਇੰਨੇ ਤੋਂ ਇੰਨੇ ਪੇਜ ਲਿਖਿਆ ਹੁੰਦਾ, ਇੱਥੇ ਇੰਨੇ ਤੋਂ ਇੰਨੇ ਪੇਜ, ਇੱਥੇ ਕੀ ਹੈ ਨਾਮ ਲਿਖਿਆ ਹੁੰਦਾ ਹੈ। ਮੀਨਸ ਪ੍ਰੀਫੇਸ ਪਹਿਲਾ ਪੇਜ ਹੈ ਜੋ ਪ੍ਰੀਐਮਬਲ ਦਾ ਹੈ, ਤਾਂ ਉਸ ਵਿੱਚ ਕੀ ਹੈ ਸੰਵਿਧਾਨ ਬਾਰੇ ਦੱਸਿਆ ਗਿਆ ਹੈ। ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸਤਾਵਨਾ ਕੀ ਹੈ, ਤਾਂ ਪ੍ਰਸਤਾਵਨਾ ਕੀ ਹੈ, ਸੰਵਿਧਾਨ ਜਿਹੜਾ ਲਿਖਿਆ ਗਿਆ ਉਸ ਦਾ ਜੋ ਪਹਿਲਾ ਪੇਜ ਹੈ ਉਸ ਵਿੱਚ ਸਾਰੇ ਸੰਵਿਧਾਨ ਬਾਰੇ ਵੀ ਸਾਰੇ ਸੰਵਿਧਾਨ ਦਾ ਨਿਚੋੜ ਇਸ ਵਿੱਚ ਦੱਸਿਆ ਗਿਆ ਹੈ। ਜੇਕਰ ਅਸੀਂ ਇਸ ਨੂੰ ਡੀਪਲੀ ਪੜ੍ਹਨਾ ਚਾਹੁੰਦੇ ਹਾਂ ਤਾਂ ਅਸੀਂ ਬੁੱਕ ਨੂੰ ਦੇਖ ਸਕਦੇ ਹਾਂ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਸਮਾਰਟਨੈਸ ਅਪਰੋਚ। ਇਹ ਹੈ ਸਮਾਰਟਨੈਸ, ਵੀ ਸਾਨੂੰ ਇੱਕੋ ਪੇਜ ਤੋਂ ਪਤਾ ਲੱਗ ਜਾਵੇ। ਤੇ ਜੇਕਰ ਹਾਰਡ ਵਰਕ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਨਸਟੀਟਿਊਸ਼ਨ ਨੂੰ ਪੜ੍ਹ ਸਕਦੇ ਹਾਂ। ਤਾਂ ਦੋਸਤੋ ਇਹ ਤਾਂ ਸੀ ਇਸ ਦੀ ਗੱਲ। ਕੰਟੇਨ ਕੀ ਹੈ ਇਸ ਵਿੱਚ, ਸਮਰੀ ਹੈ, ਐਸੈਂਸ ਹੈ, ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਹਦੇ ਵਿੱਚ ਸ਼ਾਮਿਲ ਕੀ ਹੈ। ਇਹਦੇ ਵਿੱਚ ਕੀ ਹੈ, ਸਾਰਾ ਕੁਝ ਐਸੈਂਸ ਹੈ, ਸਾਰਾ ਸਾਰ ਹੈ, ਇਸ ਦਾ ਨਿਚੋੜ ਹੈ ਇਸ ਵਿੱਚ ਦਿੱਤਾ ਗਿਆ ਹੈ। ਤਾਂ ਉਹ ਤੁਹਾਨੂੰ ਮੈਂ ਗੱਲ ਦੱਸ ਦਿੱਤੀ ਹੈ, ਪ੍ਰੈਕਟੀਕਲ ਵੇ ਦੇ ਨਾਲ ਦੱਸਿਆ ਹੈ। ਤੁਹਾਨੂੰ ਮੈਂ ਬੁੱਕ ਬਣਾ ਕੇ, ਬੁੱਕ ਦੇ ਵਿੱਚ ਪਹਿਲਾ ਪੇਜ ਹੈ ਜੋ ਫਸਟ ਪੇਜ ਹੈ ਜਿਸ ਨੂੰ ਅਸੀਂ ਇੰਡੈਕਸ ਕਹਿੰਦੇ ਹਾਂ ਅੱਜ ਦੀ ਲੈਂਗੁਏਜ ਵਿੱਚ। ਤਾਂ ਕੀ ਹੈ ਇੰਡੈਕਸ ਹੀ ਹੈ, ਇਸ ਨੂੰ ਪ੍ਰੀਫੇਸ ਕਹਿ ਦਿੱਤਾ ਗਿਆ। ਤਾਂ ਇਸ ਤੋਂ ਕੀ ਹੈ ਫਸਟ, ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਹੈ, ਸਭ ਤੋਂ ਪਹਿਲਾਂ ਫਸਟ ਪ੍ਰੀਐਮਬਲ ਹੈ ਜੋ ਲਿਖਿਆ ਗਿਆ ਅਮਰੀਕਾ ਦੇ ਵਿੱਚ ਸੰਵਿਧਾਨ ਵਿੱਚ ਲਿਖਿਆ ਗਿਆ। ਅਮਰੀਕਾ ਦੇ ਸੰਵਿਧਾਨ ਵਿੱਚ ਕੀ ਹੈ ਪ੍ਰੀਐਮਬਲ ਨੂੰ ਲਿਖਿਆ ਗਿਆ। ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਅਮਰੀਕਾ ਦੇ ਸੰਵਿਧਾਨ ਬਣਨ ਵਿੱਚ ਮੇਬੀ ਅਪਰੋਕਸੀਮੇਟ 4 ਮੰਥ ਲੱਗੇ ਹੋਣ, ਬਟ ਆਪਣੇ ਸੰਵਿਧਾਨ ਬਣਨ ਵਿੱਚ ਤੁਹਾਨੂੰ ਮੈਂ ਦੱਸਿਆ ਹੈ 2 ਸਾਲ 11 ਮਹੀਨੇ 18 ਦਿਨ ਲੱਗੇ ਹਨ। ਮੀਨਸ ਵਰਲਡ ਦਾ ਸਭ ਤੋਂ ਵੱਡਾ ਸਾਡਾ ਸੰਵਿਧਾਨ ਹੈ, ਕਿਉਂਕਿ ਸਾਰੇ ਦੇਸ਼ਾਂ ਦੇ ਵਿੱਚ ਜੋ ਜੋ ਗੱਲਾਂ ਹੋਈਆਂ ਹਨ ਉਹਨਾਂ ਨੂੰ ਪੜ੍ਹ ਕੇ ਉਹਨਾਂ ਦਾ ਚੰਗੀ ਤਰ੍ਹਾਂ ਪਤਾ ਲਗਾ ਕੇ ਵਿੱਚ ਲਿਖਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਦੇਸ਼ ਵਿੱਚ ਜੋ ਵਿਭਿੰਨਤਾ ਪਾਈ ਜਾਂਦੀ ਹੈ, ਵੱਖੋ ਵੱਖਰੇ ਜਾਤਾਂ ਪਾਤਾਂ ਦੇ ਲੋਕ ਰਹਿੰਦੇ ਹਨ, ਸਾਰਿਆਂ ਨੂੰ ਇਕਜੁੱਟ ਕਰਕੇ ਰੱਖਿਆ ਜਾ ਸਕੇ। ਤਾਂ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਵਿੱਚ ਲਿਖੀਆਂ ਗਈਆਂ ਹਨ। ਤਾਂ ਕਰਕੇ ਕੀ ਹੈ ਸਾਡਾ ਸੰਵਿਧਾਨ ਇੰਨਾ ਵੱਡਾ ਹੋ ਗਿਆ। ਅੱਗੇ ਹੈ ਬੇਸਡ। ਹੁਣ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਹਿਸਟੋਰੀਕਲ ਬੈਕਗ੍ਰਾਉਂਡ ਤੋਂ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸਦਾ ਆ ਰਿਹਾ ਹਾਂ। ਤਾਂ ਉਹੀ ਕੁਐਸਚਨ ਆ ਗਿਆ, ਸਾਰੇ ਕੁਐਸਚਨ ਬਣੇ ਹੋਏ ਹਨ। ਆਬਜੈਕਟਿਵ ਰੈਜ਼ੋਲੂਸ਼ਨ ਮੀਨਸ ਬੇਸਡ ਕਿਸ ਤੇ ਹੈ, ਇਹ ਆਬਜੈਕਟਿਵ ਰੈਜ਼ੋਲੂਸ਼ਨ। ਜੋ ਆਬਜੈਕਟਿਵ ਰੈਜ਼ੋਲੂਸ਼ਨ ਹੈ ਇਸ ਦਾ ਡਰਾਫਟ ਕਿਸ ਨੇ ਤਿਆਰ ਕੀਤਾ। ਜੋ ਆਬਜੈਕਟਿਵ ਹੈ ਮੀਨਸ ਜੋ ਸੀ ਉਸ ਦਾ ਡਰਾਫਟ ਦੇ ਵਿੱਚ ਕੀ ਕੀ ਲਿਖਿਆ ਗਿਆ ਸੀ ਕਿ ਲੋਕਾਂ ਨੂੰ ਕਿਸ ਤਰ੍ਹਾਂ ਕੋਈ ਉਹਨਾਂ ਦੇ ਅਧਿਕਾਰ ਮਿਲ ਸਕਦੇ ਹਨ, ਤਾਂ ਕਿਹੜੇ ਕਿਹੜੇ ਹਨ, ਸਾਰਾ ਕੁਝ ਲਿਖਿਆ ਗਿਆ, ਡਰਾਫਟ ਤਿਆਰ ਕੀਤਾ ਗਿਆ। ਤਾਂ ਤੁਹਾਨੂੰ ਦੱਸਿਆ ਹੀ ਸਭ ਤੋਂ ਪਹਿਲਾਂ ਆਬਜੈਕਟਿਵ ਰੈਜ਼ੋਲੂਸ਼ਨ ਹੈ ਜੋ ਜਵਾਹਰ ਲਾਲ ਨਹਿਰੂ ਜੀ ਨੇ, ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਨੂੰ ਲਿਖਿਆ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਬਹੁਤ ਵਾਰ ਕੁਐਸਚਨ ਇਹ ਪੁੱਛਿਆ ਗਿਆ ਹੈ। ਸਭ ਤੋਂ ਪਹਿਲਾ ਆਬਜੈਕਟ ਰੈਜ਼ੋਲੂਸ਼ਨ ਹੈ ਜੋ ਇਸ ਨੂੰ ਕਦੋਂ ਲਿਖਿਆ ਗਿਆ 13 ਦਸੰਬਰ 1946। ਡੇਟ ਫਿਕਸ ਕਰਨੀ ਹੈ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ 9 ਦਸੰਬਰ 1946 ਨੂੰ ਕੀ ਹੈ ਸਾਡਾ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਕੰਸਟੀਟਿਊਟ ਅਸੈਂਬਲੀ ਦਾ। 11 ਦਸੰਬਰ 1946 ਨੂੰ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਕੀ ਸੀ, ਉਹਨਾਂ ਨੂੰ ਪਰਮਾਨੈਂਟ ਪ੍ਰੈਜ਼ੀਡੈਂਟ ਬਣਾ ਦਿੱਤਾ ਸੀ ਸੰਵਿਧਾਨਕ ਅਸੈਂਬਲੀ ਦਾ। ਸਾਡੇ ਭਾਰਤ ਦਾ ਨਹੀਂ, ਸੰਵਿਧਾਨਕ ਅਸੈਂਬਲੀ ਦਾ ਬਣਾਇਆ ਸੀ। ਫਿਰ ਕੀ ਹੋਇਆ 13 ਦਸੰਬਰ ਨੂੰ ਕੀ ਹੈ ਜਵਾਹਰ ਲਾਲ ਨਹਿਰੂ ਜੀ ਨੇ ਡਰਾਫਟ ਤਿਆਰ ਕੀਤਾ ਆਬਜੈਕਟਿਵ ਰੈਜ਼ੋਲੂਸ਼ਨ ਦਾ। ਤਾਂ ਡਰਾਫਟ ਕਿਸ ਨੇ ਤਿਆਰ ਕੀਤਾ, JL ਨਹਿਰੂ ਨੇ, ਜਵਾਹਰ ਲਾਲ ਨਹਿਰੂ ਨੇ। ਕਦੋਂ ਕੀਤਾ ਸੀ 13 ਦਸੰਬਰ 1946। ਸਿੱਧਾ ਕੁਐਸਚਨ ਆਉਂਦਾ ਹੈ। ਤੇ ਕਦੋਂ ਅਡਾਪਟ ਕੀਤਾ ਸੰਵਿਧਾਨ ਦੇ ਵਿੱਚ 22 ਜਨਵਰੀ 1947। ਵੀ ਸਾਨੂੰ ਪਤਾ ਹੋਣੀ ਚਾਹੀਦੀਆਂ ਡੇਟਸ। ਇਸ ਤਰ੍ਹਾਂ ਮੈਂ ਤੁਹਾਨੂੰ ਹਿਸਟੋਰੀਕਲ ਬੈਕਗ੍ਰਾਉਂਡ ਦੱਸੀ ਸੀ ਕਿਉਂਕਿ ਇਹ ਚੀਜ਼ਾਂ ਵਾਰ-ਵਾਰ ਰਿਪੀਟ ਹੋਣਗੀਆਂ, ਰਿਪੀਟੇਸ਼ਨ ਹੋਵੇਗੀ ਅਤੇ ਤੁਹਾਨੂੰ ਈਜ਼ੀਲੀ ਯਾਦ ਹੋ ਜਾਣਗੀਆਂ। ਤਾਂ ਦੋਸਤੋ ਆਹ ਦੋ ਡੇਟਸ ਯਾਦ ਰੱਖਣੀਆਂ, ਡੇਟਸ ਨੂੰ ਨਹੀਂ ਭੁੱਲਣਾ ਸੀ। ਉਸ ਤੋਂ ਅੱਗੇ ਹੈ ਪ੍ਰੀਐਮਬਲ ਦੇ ਵਿੱਚ ਆਹ ਚੀਜ਼ਾਂ ਦੱਸੀਆਂ ਗਈਆਂ ਹਨ ਕਿਉਂਕਿ ਸਾਡੇ ਸੰਵਿਧਾਨ ਵਿੱਚ ਇਹਨਾਂ ਚੀਜ਼ਾਂ ਬਾਰੇ ਗੱਲ ਹੋਈ ਹੈ। ਤਾਂ ਜਸਟਿਸ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਹੈ ਜਸਟਿਸ ਬਾਰੇ ਗੱਲ ਕੀਤੀ ਗਈ ਹੈ ਪ੍ਰੀਐਮਬਲ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਇੰਡੈਕਸ ਹੈ, ਉਸ ਵਿੱਚ ਸ਼ਾਰਟਕਟ ਵੇ ਦੇ ਨਾਲ ਦੱਸਿਆ ਗਿਆ ਹੈ ਕਿ ਕੀ ਹੈ ਸਾਡੇ ਸੰਵਿਧਾਨ ਵਿੱਚ। ਸਭ ਤੋਂ ਪਹਿਲਾਂ ਕੀ ਹੈ ਪ੍ਰੀਐਮਬਲ ਦੇ ਵਿੱਚ ਜਸਟਿਸ ਦੀ ਗੱਲ ਕੀਤੀ ਗਈ ਹੈ। ਕੁਐਸਚਨ ਆਉਂਦਾ ਹੈ ਕਿ ਸੰਵਿਧਾਨ ਵਿੱਚ ਜੋ ਜਸਟਿਸ ਦੀ ਗੱਲ ਕੀਤੀ ਗਈ ਹੈ
ਉਹਨਾਂ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ, ਜਾਂ ਕਿੰਨੇ ਤਰ੍ਹਾਂ ਦੀ ਜੋ ਜਸਟਿਸ ਹੈ ਗੱਲ ਕੀਤੀ ਗਈ ਹੈ। ਤਾਂ ਉਹ ਹੈ ਇੱਕ ਸੋਸ਼ਲ ਦੀ, ਸਮਾਜ ਬਾਰੇ ਗੱਲ ਕੀਤੀ ਗਈ ਹੈ, ਅਰਥ ਵਿਵਸਥਾ ਬਾਰੇ ਗੱਲ ਕੀਤੀ, ਇਕਨੋਮਿਕਸ ਬਾਰੇ, ਤੇ ਰਾਜਨੀਤਿਕ ਵਿਵਸਥਾ ਬਾਰੇ ਗੱਲ ਕੀਤੀ, ਪੋਲੀਟੀਕਲ ਬਾਰੇ। ਮੀਨਸ ਤਿੰਨੇ ਦੀ ਗੱਲ ਕੀਤੀ ਗਈ ਹੈ, ਇਹ ਅਸੀਂ ਯਾਦ ਰੱਖਣਾ ਹੈ। ਸੋਸ਼ਲ ਦੇ ਵਿੱਚ ਆ ਜਾਵੇ ਤਾਂ ਕੀ ਹੈ, ਸਾਰੇ ਇਸ ਦੇ ਵਿੱਚ ਜਿੰਨੇ ਵੀ ਹਨ ਸਾਡੇ ਰਾਈਟਸ ਹਨ, ਜਿਵੇਂ ਫੰਡਾਮੈਂਟਲ ਰਾਈਟਸ, ਜੇਕਰ ਕੋਈ ਵਾਇਓਲੇਟ ਕਰਦਾ ਹੈ ਤਾਂ ਉਹ ਕੀ ਹੈ, ਸੁਪਰੀਮ ਕੋਰਟ ਵਿੱਚ ਜਾ ਸਕਦਾ ਹੈ। ਮੀਨਸ ਉਹ ਸੋਸ਼ਲ ਹੈ, ਸਾਡੇ ਸਾਰਿਆਂ ਤੇ ਲਾਗੂ ਹਨ, ਸਾਰਿਆਂ ਲਈ ਸਮਾਨ ਹਨ, ਜਿਵੇਂ ਕਿ ਸਾਰਿਆਂ ਲਈ ਕੀ ਹੈ, ਕਾਨੂੰਨ ਕੀ ਹੈ, ਸਮਾਨ ਹੈ। ਤਾਂ ਇਕਨੋਮਿਕ ਦੀ ਗੱਲ ਕਰੀਏ ਤਾਂ ਸਾਡੇ ਇਕਨੋਮਿਕ ਦੇ ਵਿੱਚ ਗਰੀਬ ਅਤੇ ਅਮੀਰ ਨੂੰ ਬਰੋਬਰ ਰੱਖਿਆ ਗਿਆ ਹੈ, ਕੋਈ ਇਹ ਨਹੀਂ ਕਿਹਾ ਗਿਆ ਕਿ ਇਹ ਗਰੀਬ ਹੈ ਇਹ ਅਮੀਰ ਹੈ। ਤਾਂ ਇਕਨੋਮਿਕ ਦੀ ਵੀ ਗੱਲ ਆ ਗਈ। ਪੋਲੀਟੀਕਲ ਦੀ ਗੱਲ ਕਰੀਏ ਤਾਂ ਪੋਲੀਟੀਕਲ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਹਨ, ਤਾਂ ਉਹ ਸਾਰੀਆਂ ਗੱਲਾਂ ਜਸਟਿਸ ਦੇ ਵਿੱਚ ਲਿਖੀਆਂ ਗਈਆਂ ਹਨ, ਸੋਸ਼ਲ, ਇਕਨੋਮਿਕ, ਪੋਲੀਟੀਕਲ। ਉਸ ਤੋਂ ਅੱਗੇ ਆਉਂਦਾ ਹੈ ਲਿਬਰਟੀ। ਲਿਬਰਟੀ ਦਾ ਮਤਲਬ ਹੈ ਆਜ਼ਾਦੀ। ਆਜ਼ਾਦੀ ਸਾਨੂੰ ਕਿਸ ਕਿਸ ਦੀ ਦਿੱਤੀ ਗਈ ਹੈ, ਸਾਨੂੰ ਇਹ ਸਿੱਧਾ ਪਤਾ ਹੋਣਾ ਚਾਹੀਦਾ ਹੈ। ਆਜ਼ਾਦੀ ਸਾਨੂੰ 5 ਤਰ੍ਹਾਂ ਦੀ ਮਿਲੀ ਹੈ। ਜਸਟਿਸ ਹੈ ਸਾਨੂੰ 3 ਪ੍ਰਕਾਰ ਦਾ ਮਿਲਿਆ ਹੈ। ਤਾਂ ਨਾਮ ਪਤਾ ਹੋਣੇ ਚਾਹੀਦੇ ਹਨ। ਇੱਥੇ ਥਾਟ ਹਨ, ਥਾਟ ਐਕਸਪ੍ਰੈਸ਼ਨ, ਜੋ ਕਿ ਸਾਡੇ ਫੰਡਾਮੈਂਟਲ ਰਾਈਟ ਵਿੱਚ ਵੀ ਗੱਲ ਕੀਤੀ ਗਈ ਹੈ। ਥਾਟ ਵਿਚਾਰ, ਐਕਸਪ੍ਰੈਸ਼ਨ ਹੋ ਗਏ ਜਿਸ ਤਰ੍ਹਾਂ ਮਰਜ਼ੀ ਦੇ, ਬਿਲੀਫ ਆ ਗਿਆ, ਫੇਥ ਆ ਗਿਆ, ਵਰਸ਼ਿਪ ਆ ਗਿਆ, ਜਿਹੜਾ ਮਰਜ਼ੀ ਧਰਮ ਅਪਣਾ ਸਕਦੇ ਹਾਂ, ਸਾਨੂੰ ਅਸੀਂ ਕਿਸੇ ਦੀ ਮਰਜ਼ੀ ਪੂਜਾ ਕਰ ਸਕਦੇ ਹਾਂ। ਤਾਂ ਇਹ 5 ਤਰ੍ਹਾਂ ਦੇ ਹਨ ਜੋ ਲਿਬਰਟੀ ਦਿੱਤੀ ਗਈ ਹੈ ਸਾਨੂੰ। ਉਸ ਤੋਂ ਅੱਗੇ ਹੈ ਇਕੁਐਲਿਟੀ, ਸਮਾਨਤਾ। ਸਮਾਨਤਾ ਕੀ ਹੈ, ਸਾਡੇ ਸਟੇਟਸ ਵਿੱਚ ਹੈ, ਕੋਈ ਅਸੀਂ ਦੇਖਦੇ ਨਹੀਂ ਕਿ ਉਹ ਕਿਸੇ ਕੈਟਾਗਰੀ ਦੇ ਵਿੱਚੋਂ ਹੈ, ਜਰਨਲ ਹੈ। ਸਟੇਟਸ ਸਾਰਿਆਂ ਨੂੰ ਸਮਾਨ ਹੈ, ਸਾਰਿਆਂ ਦੇ ਲਈ ਕੀ ਹੈ, ਅਪੋਰਚੁਨਿਟੀਜ਼ ਹਨ, ਮੌਕੇ ਹਨ, ਬਿਲਕੁਲ ਸੇਮ ਪ੍ਰਾਪਤ ਕੀਤੇ ਜਾ ਸਕਦੇ ਹਨ, ਕੋਈ ਵੀ ਭੇਦਭਾਵ, ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ। ਤਾਂ ਸਟੇਟਸ, ਅਪੋਰਚੁਨਿਟੀ ਯਾਦ ਰੱਖਣਾ ਹੈ ਅਸੀਂ। ਇਹਨਾਂ ਦੀ ਕੀ ਹੈ, ਇਕੁਐਲਿਟੀ ਮਿਲੀ ਹੈ ਸਾਨੂੰ, ਸਮਾਨਤਾ ਮਿਲੀ ਹੈ। ਤੀਜਾ ਹੈ ਫ੍ਰੈਟਰਨਿਟੀ। ਫ੍ਰੈਟਰਨਿਟੀ ਕੀ ਹੈ, ਡਿਗਨਿਟੀ ਆਫ ਇੰਡੀਵਿਜੂਅਲ। ਮੀਨਸ ਉਹਨਾਂ ਦੀ ਇੱਜ਼ਤ, ਹਰੇਕ ਦੀ ਇੱਜ਼ਤ ਦੀ ਗੱਲ ਕੀਤੀ ਗਈ ਹੈ ਕਿ ਸਾਰੇ ਸਮਾਨ ਰਹਿਣ, ਯੂਨਿਟੀ ਵਿੱਚ ਰਹਿਣ, ਅਤੇ ਇੰਟੀਗ੍ਰਿਟੀ ਕੀ ਹੈ, ਇਹਨਾਂ ਦੇ ਵਿੱਚ ਰਹਿਣ। ਜੋ ਆ ਇੰਟੀਗ੍ਰਿਟੀ ਵਰਡ ਹੈ, ਇਹ ਕਿੱਥੇ ਯੂਜ਼ ਕੀਤਾ ਗਿਆ, ਕਦੋਂ ਐਡ ਕੀਤਾ ਗਿਆ, 40 ਜੋ ਸੈਕਿੰਡ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਹੈ 1976, ਤੁਹਾਨੂੰ ਮੈਂ ਕਿਹਾ ਹੈ 75 ਤੇ ਸਾਡੇ ਐਮਰਜੈਂਸੀ ਲੱਗੀ ਸੀ, ਇੰਦਰਾ ਗਾਂਧੀ ਸੀ ਜੋ ਪ੍ਰਾਈਮ ਮਿਨਿਸਟਰ ਸੀ। ਤਾਂ ਸਬਤੋਸ਼ਕ 42 ਅਸੀਂ ਕਰ ਦੇਣਾ ਹੈ, 42 ਕੀ ਹੈ, ਇਹ ਸਾਡੀ ਸੋਧ ਹੋਈ ਹੈ ਸੰਵਿਧਾਨ ਦੀ। ਤਾਂ ਇੰਟੀਗ੍ਰਿਟੀ ਵਰਡ ਯੂਜ਼ ਕੀਤਾ ਗਿਆ। ਤਾਂ ਫ੍ਰੈਟਰਨਿਟੀ, ਦੋਸਤੋ ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਲਿਬਰਟੀ, ਇਕੁਐਲਿਟੀ, ਫ੍ਰੈਟਰਨਿਟੀ, ਇਹ 3 ਚੀਜ਼ਾਂ ਹਨ, ਇਹ ਅਸੀਂ ਕਿੱਥੋਂ ਲਈਆਂ ਹਨ। ਮੀਨਸ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੈ ਇਹ, ਅਤੇ ਤੁਸੀਂ ਮੈਨੂੰ ਇਹ ਇਸ ਦਾ ਆਨਸਰ ਦੱਸਣਾ ਹੈ ਕਿ ਇਹ ਅਸੀਂ ਕਿਸ ਕੰਟਰੀ ਐਂਡ ਰੈਵੋਲੂਸ਼ਨ, ਇਹ ਦੋਨੇ ਦੱਸਣੇ ਹਨ ਤੁਸੀਂ ਮੈਨੂੰ। ਕਿਹੜੇ ਰੈਵੋਲੂਸ਼ਨ ਤੋਂ ਲਈਆਂ ਗਈਆਂ ਹਨ, ਕਿਸ ਕੰਟਰੀ ਤੋਂ ਲਈਆਂ ਗਈਆਂ, ਦੋਨਾਂ ਦੇ ਨਾਮ ਦੱਸਣੇ ਹਨ, ਕਿਉਂਕਿ ਦੋਨੇ ਕੁਐਸਚਨ ਬਣੇ ਹੋਏ ਹਨ। ਇਸੇ ਕਰਕੇ ਪੁੱਛ ਰਿਹਾ ਹਾਂ ਤੁਹਾਨੂੰ ਮੈਂ ਕਿ ਇਹ ਕਿੱਥੋਂ ਕਿੱਥੋਂ ਵੀ, ਉਹ ਦੇਸ਼ ਦਾ ਨਾਮ ਦੱਸਣਾ ਹੈ ਅਤੇ ਰੈਵੋਲੂਸ਼ਨ ਹੈ ਉਹ ਕਿਹੜਾ ਸੀ, ਦੋਨਾਂ ਦੇ ਨਾਮ ਦੱਸਣੇ ਹਨ। ਉਸ ਤੋਂ ਅੱਗੇ ਆ ਗਿਆ, ਇਹ ਜਸਟਿਸ਼ੀਏਬਲ ਹੈ ਕਿ ਨਹੀਂ। ਨਹੀਂ, ਜਸਟਿਸ਼ੀਏਬਲ ਮੀਨਸ ਪ੍ਰੀਐਮਬਲ ਹੈ, ਜੋ ਪ੍ਰੀਐਮਬਲ ਕੀ ਹੈ, ਜੋ ਪ੍ਰਸਤਾਵਨਾ ਹੈ, ਇਸ ਨੂੰ ਅਸੀਂ ਇਨਫੋਰਸ ਨਹੀਂ ਕਰ ਸਕਦੇ। ਮੀਨਸ ਅਸੀਂ ਜਸਟਿਸ਼ੀਏਬਲ ਨਹੀਂ ਹੈ, ਅਸੀਂ ਇਸ ਦੇ ਜੇਕਰ ਹਨਨ ਹੁੰਦਾ ਹੈ, ਜੇਕਰ ਵਾਇਓਲੇਸ਼ਨ ਹੁੰਦੀ ਹੈ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੁਪਰੀਮ ਕੋਰਟ ਜਾਈਏ, ਹਾਈ ਕੋਰਟ ਜਾਈਏ। ਪਹਿਲੀ ਗੱਲ ਤਾਂ ਸੁਪਰੀਮ ਕੋਰਟ ਹੀ ਜਾਂਦੇ ਹਨ, ਤਾਂ ਸੁਪਰੀਮ ਕੋਰਟ ਵਿੱਚ ਇਸ ਨੂੰ ਨਹੀਂ ਲੈ ਕੇ ਜਾਇਆ ਜਾ ਸਕਦਾ ਕਿ ਇਸ ਦਾ ਹਨਨ ਹੋਇਆ ਹੈ, ਵਾਇਓਲੇਸ਼ਨ ਹੋਇਆ ਹੈ। ਤਾਂ ਇਹ ਜਸਟਿਸ਼ੀਏਬਲ ਨਹੀਂ ਹੈ। ਇਸ ਦਾ ਜੋ ਨਿਆਂ ਹੈ, ਨਿਆਂ ਕੀ ਹੈ, ਨਹੀਂ ਨਿਆਂਪਾਲਿਕਾ ਨਹੀਂ ਜਾ ਸਕਦੇ। ਇਸ ਦੇ ਕੇਸ ਆਏ ਹਨ ਜੋ ਕਿ ਬਹੁਤ ਹੀ ਜ਼ਿਆਦਾ ਇਸ ਦੇ ਵਿੱਚ ਹਨ। ਤਾਂ ਪਹਿਲਾ ਕੇਸ ਹੈ ਬੇਰੁਬਾਰੀ ਜਾਂ ਬਾਰੂਬੇਰੀ ਵੀ ਕਹਿ ਦਿੰਦੇ ਹਨ, ਬਹੁਤ ਸਾਰੀਆਂ ਬੁੱਕਸ ਦੇ ਵਿੱਚ ਵੱਖੋ ਵੱਖਰੇ ਨਾਮ ਹਨ। ਤਾਂ ਇਸ ਬਾਰੇ ਤੁਹਾਨੂੰ ਮੈਂ ਅੱਜ ਸ਼ਾਰਟਕਟ ਦੱਸਾਂਗਾ, ਕੱਲ ਤੁਹਾਨੂੰ ਮੈਂ ਸਾਰਾ ਇਹ ਕਰਵਾਵਾਂਗਾ, ਇਹਨਾਂ ਬਾਰੇ ਦੱਸਾਂਗਾ ਅਤੇ ਇਸ ਬਾਰੇ ਦੱਸਾਂਗਾ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ, ਅੱਜ ਦੀ ਵੀਡੀਓ ਕਾਫੀ ਲੰਬੀ ਹੋ ਗਈ ਹੈ।
ਤਾਂ ਬੇਰੁਬਾਰੀ ਕੇਸ ਹੈ ਜੋ ਇਹ 1960 ਵਿੱਚ ਆਇਆ। ਬੇਰੁਬਾਰੀ ਕੇਸ 1960 ਵਿੱਚ ਆਇਆ ਤੇ ਇਹਨਾਂ ਨੇ ਕਿਹਾ ਸੀ ਕਿ ਜੋ ਪ੍ਰੀਐਂਬਲ ਹੈ ਇਹ ਕੀ ਹੈ, ਨੋਟ ਪਾਰਟ ਕੀ ਹੈ, ਇਹ ਸੰਵਿਧਾਨ ਦਾ ਪਾਰਟ ਨਹੀਂ ਹੈ। ਬੇਰੁਬਾਰੀ ਹੈ ਜੋ ਬੇਰੁਬਾਰੀ ਨੇ ਕਹਿ ਦਿੱਤਾ ਸੀ ਕਿ ਕਨਸਟੀਟਿਊਸ਼ਨ ਹੈ ਜੋ ਪ੍ਰੀਐਂਬਲ ਕੀ ਹੈ, ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈ, ਮੀਨਸ ਪਾਰਟ ਨਹੀਂ ਹੈ। 1960 ਵਿੱਚ ਆਇਆ ਸੀ। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਇਹ ਦੱਸਣਾ ਹੈ ਕਿ ਬੇਰੁਬਾਰੀ ਕੇਸ ਹੈ ਕਿਸ ਸਟੇਟ ਦੇ ਨਾਲ ਰਿਲੇਟ ਰੱਖਦਾ ਹੈ। ਮੀਨਸ ਤੁਹਾਨੂੰ ਮੈਂ ਆਪਸ਼ਨ ਦੇ ਦਿੰਦਾ ਹਾਂ, ਪੰਜਾਬ, ਹਰਿਆਣਾ, ਵੈਸਟ ਬੰਗਾਲ ਜਾਂ ਉੱਤਰ ਪ੍ਰਦੇਸ਼। ਚਾਰ ਆਪਸ਼ਨਾਂ ਦਿੱਤੀਆਂ ਹਨ, ਤੁਸੀਂ ਮੈਨੂੰ ਇਸ ਦਾ ਆਨਸਰ ਦੱਸਣਾ ਹੈ ਬੇਰੁਬਾਰੀ ਕੇਸ ਬਾਰੇ। ਅੱਗੇ ਹੈ ਕੇਸ਼ਵਾਨੰਦ ਭਾਰਤੀ ਕੇਸ। ਸਭ ਤੋਂ ਪਹਿਲਾਂ ਤਾਂ ਇਸ ਨੂੰ ਯਾਦ ਕਰਨਾ ਬਹੁਤ ਸੌਖਾ ਹੈ ਕਿਉਂਕਿ ਭਾਰਤ ਨਾਲ ਰਿਲੇਟਡ ਹੈ, ਭਾਰਤ ਨਾਲ ਜਿਸ ਤਰ੍ਹਾਂ ਕਿ ਸੰਬੰਧ ਰੱਖਦਾ ਹੈ। ਤਾਂ ਤੁਸੀਂ ਜਦ ਇਸ ਦਾ ਨਾਮ ਭੁੱਲ ਜਾਂਦੇ ਹੋ ਤਾਂ ਭਾਰਤ ਨੂੰ ਯਾਦ ਕਰ ਲਿਆ ਕਰੋ, ਭਾਰਤੀ ਆਪੇ ਯਾਦ ਆ ਜਾਵੇਗਾ। ਕੇਸ਼ਵਾਨੰਦ ਭਾਰਤੀ ਕੇਸ ਇਸਨੇ ਕੀ ਕਿਹਾ ਸੀ? ਪਹਿਲੀ ਗੱਲ ਤਾਂ 1973 ਵਿੱਚ ਆਇਆ ਸੀ ਅਤੇ ਇਸਨੇ ਕਹਿ ਦਿੱਤਾ ਸੀ ਕਿ ਪ੍ਰੀਐਂਬਲ ਹੈ, ਪ੍ਰਸਤਾਵਨਾ ਹੈ, ਉਹ ਕੀ ਹੈ, ਸੰਵਿਧਾਨ ਦਾ ਹਿੱਸਾ ਹੈ। ਤਾਂ ਦੋਸਤੋ ਇਹ ਸਨ ਅੱਜ ਦੀਆਂ ਵੀਡੀਓ ਅਤੇ ਬੇਰੁਬਾਰੀ ਜਿਸ ਤਰ੍ਹਾਂ ਕੇਸ ਮੈਂ ਦੱਸਿਆ ਹੈ ਕਿਸ ਸਟੇਟ ਨਾਲ ਰਿਲੇਟ ਕਰਦਾ ਹੈ, ਉਸੇ ਤਰ੍ਹਾਂ ਹੀ ਕੇਸ਼ਵਾਨੰਦ ਹੈ ਤੇ ਆਪਸ਼ਨਾਂ ਬਿਲਕੁਲ ਸੇਮ ਹਨ। ਮੀਨਸ ਹਰਿਆਣਾ, ਪੰਜਾਬ, ਵੈਸਟ ਬੰਗਾਲ ਜਾਂ ਯੂਪੀ, ਚਾਰਾਂ ਦੇ ਵਿੱਚੋਂ ਕੇਸ਼ਵਾਨੰਦ ਭਾਰਤੀ ਹੈ ਜੋ ਆਦਮੀ ਹੈ। ਇਹ ਕਿਹੜੀ ਸਟੇਟ ਦੇ ਨਾਲ ਸੰਬੰਧਿਤ ਹੈ, ਰਿਲੇਟ ਰੱਖਦਾ ਹੈ, ਰਿਲੇਸ਼ਨ ਰੱਖਦਾ ਹੈ, ਮੀਨਸ ਇਹ ਤੁਸੀਂ ਦੱਸਣਾ ਹੈ। ਤਾਂ ਆਈ ਹੋਪ ਤੁਹਾਨੂੰ ਇਹ ਪਤਾ ਲੱਗਿਆ ਹੋਵੇਗਾ। ਜੇਕਰ ਇਸ ਵੀਡੀਓ ਬਾਰੇ ਨਹੀਂ ਪਤਾ ਲੱਗਾ ਤਾਂ ਇਸ ਨੂੰ ਦੁਬਾਰਾ ਦੇਖ ਲੈਣਾ ਤਾਂ ਜੋ ਤੁਹਾਡਾ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਸਕੇ, ਕਿਉਂਕਿ ਇਹਨਾਂ ਵਿੱਚੋਂ ਹੀ ਕੁਐਸਚਨ ਬਣਦੇ ਹਨ। ਤਾਂ ਦੋਸਤੋ ਪ੍ਰੀਐਂਬਲ ਸਟਾਰਟ ਕਰ ਦਿੱਤਾ। ਇਸ ਤੋਂ ਅੱਗੇ ਕੰਸਟੀਟਿਊਸ਼ਨ ਦੇ ਜਿੰਨੇ ਵੀ ਤੁਹਾਨੂੰ ਮੈਂ ਸਬਜੈਕਟ ਕਰਵਾਏ ਹਨ, ਆਰਟੀਕਲ ਕਰਵਾਏ ਹਨ, ਤੁਹਾਨੂੰ ਮੈਂ ਸਭ ਕੁਝ ਦੱਸਦਾ ਰਹਾਂਗਾ ਇਸ ਬਾਰੇ। ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇਕਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਦੋਸਤੋ। ਸੋ ਥੈਂਕਸ ਫॉर ਵਾਚਿੰਗ ਮਾਈ ਦਿਸ ਵੀਡੀਓ।